दीन दयाल परोसे तेरे, दीन दयाल परोसे तेरे, सब परवार चढ़ाया बेड़े, सब परवार चढ़ाया बेड़े। राम जपो जी ऐसे ऐसे, राम जपो जी ऐसे ऐसे। सतगुरु ਦੀ ਪਿਆਰੀ ਸਾਧ ਸੰਗਤ ਜੀ, ਮੇਰੇ ਵੱਲੋਂ ਸਾਰਿਆਂ ਨੂੰ ਰਾਧਾ ਸਵਾਮੀ ਜੀ। ਤੁਸੀਂ ਜਿੱਥੇ ਵੀ ਹੋਵੋਗੇ ਪਰਮਾਤਮਾ ਦੇ ਭਾਣੇ ਦੇ ਵਿੱਚ ਹੋਵੋਗੇ, ਇਹੀ ਮੈਂ ਆਸ਼ਾ ਕਰਦਾ ਹਾਂ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅੱਜ ਹਜ਼ੂਰ ਜੀ ਦਾ ਪ੍ਰੋਗਰਾਮ ਹੈਦਰਾਬਾਦ ਦੇ ਵਿੱਚ ਸੀਗਾ, 31 ਤਾਰੀਖ ਦਾ ਪ੍ਰੋਗਰਾਮ ਸੀਗਾ। ਅੱਜ ਹਜ਼ੂਰ ਜੀ 9:20 ਤੇ ਆ ਗਏ ਸੀ ਗੱਦੀ ਦੇ ਉੱਤੇ। ਉਹਨਾਂ ਨੇ ਸਾਰਿਆਂ ਨੂੰ ਰਾਧਾ ਸਵਾਮੀ ਬੁਲਾਈ, ਗੱਦੀ ਤੇ ਮੱਥਾ ਟੇਕਿਆ ਤੇ ਸਾਰਿਆਂ ਦੇ ਉੱਤੇ ਦ੍ਰਿਸ਼ਟੀ ਪਾਈ। ਸਾਰਿਆਂ ਦੀ ਅੱਖਾਂ ਜਿਹੜੀ ਸੀ ਹਜ਼ੂਰ ਦੇ ਨਾਲ ਨਾਲ ਬਾਬਾ ਜੀ ਨੂੰ ਵੀ ਯਾਦ ਕਰ ਰਹੀ ਸੀਗੀ। ਤੇ ਅੱਜ ਹਜ਼ੂਰ ਜੀ ਨੇ 1 ਘੰਟਾ 5 ਮਿੰਟ ਦਾ ਸਤਸੰਗ ਉੱਥੇ ਦਿੱਤਾ ਤੇ ਬਹੁਤ ਹੀ ਸੋਹਣਾ ਸਤਸੰਗ ਦਿੱਤਾ। ਉਹਨਾਂ ਨੇ ਅੱਜ ਉਹ ਬਾਣੀ ਦਿੱਤੀ ਜਿਹੜਾ ਕਿ ਮਹਾਰਾਜ ਚਰਨ ਸਿੰਘ ਜੀ ਲੈਂਦੇ ਹੁੰਦੇ ਸੀ, ਤੇ ਅੱਜ ਉਹਨਾਂ ਦੀ ਯਾਦ ਵੀ ਬਹੁਤ ਆਈ। ਅੱਜ ਲੱਗਾ ਜਿਵੇਂ ਮਹਾਰਾਜ ਚਰਨ ਸਿੰਘ ਜੀ ਹੀ ਸਤਸੰਗ ਫਰਮਾ ਰਹੇ ਸੀਗੇ। ਸੁਣਦੇ ਹਾਂ ਉਹਨਾਂ ਨੇ ਸਤਸੰਗ ਦੇ ਵਿੱਚ ਸਾਨੂੰ ਕੀ ਸਮਝਾਇਆ। ਜਗ ਜੀਵਨ ਸਾਚਾ ਏਕੋ ਦਾਤਾ, ਗੁਰ ਸੇਵਾ ਤੇ ਸ਼ਬਦ ਪਛਾਤਾ। ਇਹ ਹੈ ਗੁਰੂ ਘਰ ਦੀ ਬਾਣੀ ਹੈ, ਜਿਸ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਉਪਦੇਸ਼ ਹੈ, ਗੁਰੂਆਂ ਦਾ ਜਿਹੜਾ ਉਪਦੇਸ਼ ਹੈ, ਉਹ ਚਾਰੋਂ ਵਰਣੋਂ ਨੂੰ ਸਾਂਝਾ ਹੈ। ਨਾ ਕੋ ਬੈਰੀ ਨਹੀਂ ਬੇਗਾਨਾ। ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਗ ਜੀਵਨ ਸਾਚਾ ਏਕੋ ਦਾਤਾ, ਕਿ ਉਹ ਜਿਹੜਾ ਪਰਮਾਤਮਾ ਹੈ ਉਹ ਸਾਰਿਆਂ ਦਾ ਇੱਕੋ ਹੀ ਹੈ, ਉਹ ਸਾਰਿਆਂ ਦਾ ਅਲੱਗ ਨਹੀਂ ਹੈ। ਆਪਾਂ ਅੱਜ ਆਪਣੀ ਸਮਝ ਕਰਕੇ ਉਹਨਾਂ ਨੂੰ ਅਲੱਗ ਬਣਾਈ ਬੈਠੇ ਹਾਂ। ਸਾਡੀ ਜਿਹੜੀ ਆਤਮਾ ਹੈ ਉਹ ਅਸਲ ਹੈ, ਇਹ ਸਰੀਰ ਨਹੀਂ ਹੈ। ਰਾਮ ਮੈਂ ਆਤਮ, ਆਤਮ ਮੈਂ ਰਾਮ, ਜਿਨਸ ਗੁਣ ਵਿਚਾਰਾ। ਕਿ ਉਹ ਜਿਹੜਾ ਸਰੀਰ ਹੈ ਉਹ ਤਾਂ ਕਪੜਾ ਵਾਂਗੂ ਹੈ। ਅੱਜ ਕਿਸੇ ਦਾ ਕੁਝ ਹੈ, ਕੱਲ ਕਿਸੇ ਦਾ ਕੁਝ ਹੋ ਜਾਣਾ ਹੈ, ਲੇਕਿਨ ਉਹ ਜਿਹੜੀ ਆਤਮਾ ਹੈ ਉਹ ਅਸਲ ਹੈ, ਉਹ ਰਿਐਲਿਟੀ ਹੈ। ਦੇਖੋ, ਜਿਵੇਂ ਆਪਾਂ ਗੱਲ ਕਰਦੇ ਹਾਂ ਆਤਮਾ ਦੀ, ਜਿਵੇਂ ਇੱਕ ਬੀਜ ਹੁੰਦਾ ਹੈ। ਜੇ ਆਪਾਂ ਇੱਕ ਬੀਜ ਨੂੰ ਵੇਖਦੇ ਹਾਂ, ਆਪਾਂ ਨੂੰ ਲੱਗਦਾ ਹੈ ਕਿ ਇਹ ਤਾਂ ਇੱਕ ਛੋਟਾ ਜਿਹਾ ਬੀਜ ਹੈ, ਲੇਕਿਨ ਜਦ ਉਹ ਬੀਜ ਇੱਕ ਵੱਡਾ ਪੇੜ ਬਣ ਜਾਂਦਾ ਹੈ, ਕੀ ਕੋਈ ਉਸ ਚੀਜ਼ ਨੂੰ ਸਮਝ ਸਕਦਾ ਹੈ ਉਸ ਵੇਲੇ ਕਿ ਇਹ ਜਿਹੜਾ ਬੀਜ ਸੀ ਇੰਨਾ ਵੱਡਾ ਪੇੜ ਬਣ ਜਾਊਗਾ? ਉਹੀ ਸਾਡੀ ਆਤਮਾ ਦਾ ਹੱਲ ਹੈ। ਉਹ ਜਿਹੜੀ ਸਾਡੀ ਆਤਮਾ ਹੈ ਉਹ ਇੱਕ ਬੀਜ ਹੈ। ਜਦ ਆਪਾਂ ਉਹਨਾਂ ਨੂੰ ਨਾਮ ਦੇ ਰੰਗ ਦੇ ਵਿੱਚ ਰੰਗਦੇ ਹਾਂ, ਉਹ ਨਾਮਦਾਨ ਲੈ ਕੇ ਆਪਾਂ ਉਹ ਕਮਾਈ ਕਰਦੇ ਹਾਂ, ਤਾਂ ਆਪਾਂ ਵੀ ਇੱਕ ਉਸ ਪਰਮਾਰਥ ਰੂਪੀ ਪੇੜ ਬਣ ਜਾਂਦੇ ਹਾਂ। ਸੰਤ ਮਹਾਤਮਾ ਇਹਨਾਂ ਗ੍ਰੰਥ ਪੋਥੀਆਂ ਦੇ ਜ਼ਰੀਏ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ? ਉਹ ਇਹ ਜਿਹੜੀਆਂ ਬਾਣੀਆਂ ਲੈਂਦੇ ਹਨ, ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਆਪਣੀ ਜਿਹੜੀ ਹੱਡਬੀਤੀ ਹੈ ਉਹ ਸਾਡੇ ਸਾਹਮਣੇ ਰੱਖਦੇ ਹਨ। ਉਹ ਸਾਨੂੰ ਸਮਝਾਉਂਦੇ ਹਨ ਕਿ ਜਿਹੜੀਆਂ ਚੀਜ਼ਾਂ ਤੁਸੀਂ ਅੱਜ ਕਰ ਰਹੇ ਹੋ ਉਹਨਾਂ ਦੀ ਅਸਲੀਅਤ ਉਹ ਬਹੁਤ ਬਿਹਤਰ ਜਾਣਦੇ ਆ। ਅੱਗੇ ਸਾਨੂੰ ਸਮਝਾਉਂਦੇ ਹਨ ਕਿ ਜਿਹੜਾ ਮਾਲਕ ਹੈ ਉਹ ਸਾਰਿਆਂ ਦੇ ਵਾਸਤੇ ਇੱਕੋ ਹੈ। ਆਪਾਂ ਉਹ ਸਤਨਾਮ ਸਮੁੰਦਰ ਦੇ ਕਤਰੇ ਹਨ। ਜੇ ਉਹ ਸਮੁੰਦਰ ਦੀ ਕੋਈ ਜਾਤ ਨਹੀਂ ਹੋ ਸਕਦੀ ਤੇ ਉਹਨਾਂ ਦੀ ਜਿਹੜੀ ਬੂੰਦ ਹਨ, ਉਹਨਾਂ ਦੇ ਜਿਹੜੇ ਕਤਰੇ ਹਨ, ਉਹਨਾਂ ਦੀ ਕਿਵੇਂ ਕੋਈ ਜਾਤ ਜਾਂ ਧਰਮ ਹੋ ਸਕਦਾ ਹੈ? ਸਾਹਿਬ ਸਾਹਿਬ ਕਿਆ ਕਰੇ, ਸਾਹਿਬ ਤੇਰੇ ਪਾਸ। ਪਲਟੂ ਸਾਹਿਬ ਅੱਗੇ ਸਮਝਾਉਂਦੇ ਹਨ ਕਿ ਉਹ ਸਾਹਿਬ ਸਾਹਿਬ ਕਰਨ ਦੀ ਕੀ ਲੋੜ ਹੈ? ਉਹ ਸਾਹਿਬ ਤਾਂ ਤੇਰੇ ਅੰਦਰ ਹੈ, ਤੂੰ ਵੇਖਦਾ ਨਹੀਂ ਹੈ। ਆਪਾਂ ਤਾਂ ਇਹਨਾਂ ਝਗੜਿਆਂ ਦੇ ਵਿੱਚ ਫਸੇ ਹੋਏ ਹਨ। ਇਹ ਮੇਰੀ ਕੌਮ ਹੈ, ਇਹ ਮੇਰਾ ਮਜ਼ਹਬ ਹੈ, ਇਹ ਮੇਰੀ ਪਰਿਵਾਰ ਹੈ, ਇਹ ਮੇਰਾ ਦੇਸ਼ ਹੈ। ਭਾਈ, ਇੱਥੇ ਕੋਈ ਕਿਸੇ ਦਾ ਨਹੀਂ ਹੈ। ਇੱਕ ਦਿਨ ਸਾਰੀਆਂ ਚੀਜ਼ਾਂ ਨੇ ਫਨਾ ਹੋ ਜਾਣਾ ਹੈ। ਇਸ ਚੀਜ਼ ਦਾ ਜਿਹੜਾ ਸਫ਼ਰ ਹੈ ਉਹ ਸ਼ਮਸ਼ਾਨ ਘਾਟ ਤੱਕ ਹੈ। ਜਾਂ ਤਾਂ ਇਹਨਾਂ ਨੇ ਮਿੱਟੀ ਦੇ ਵਿੱਚ ਮਿਲ ਕੇ ਮਿੱਟੀ ਹੋ ਜਾਣਾ ਹੈ, ਜਾਂ ਫਿਰ ਆਗ ਦੇ ਮਿਲ ਕੇ ਰਾਖ। ਇਹਨਾਂ ਦਾ ਕੋਈ ਅਸਤਿਤਵ ਨਹੀਂ ਹੈ।
ਬੱਚਾ ਸਕੂਲ ਦੇ ਵਿੱਚ ਜਾਂਦਾ ਹੈ, ਉੱਥੇ ਸਿੱਖਣ ਵਾਸਤੇ ਜਾਂਦਾ ਹੈ। ਜੇ ਉੱਥੇ ਉਹ ਜਾ ਕੇ ਸਿੱਖਦਾ ਨਹੀਂ ਹੈ ਤੇ ਫਿਰ ਉਹਦਾ ਜਨਮ, ਉਹਦਾ ਉੱਥੇ ਜਾਣਾ ਤੇ ਆਣਾ ਫਿਰ ਬੇਕਾਰ ਹੋ ਜਾਂਦਾ ਹੈ। ਉਹੀ ਸਾਡਾ ਹਾਲ ਹੈ। ਆਪਾਂ ਇਸ ਜੀਵਨ ਦੇ ਵਿੱਚ ਆਉਂਦੇ ਆ, ਉਸ ਭਜਨ ਸਿਮਰਨ ਨੂੰ ਕਰਨ ਵਾਸਤੇ ਆਉਂਦੇ ਆ, ਉਸ ਨਾਮ ਦੀ ਸ਼ਬਦ ਦੀ ਕਮਾਈ ਕਰਕੇ ਇੱਥੇ ਆਉਂਦੇ ਆ। ਲੇਕਿਨ ਜੇ ਆਪਾਂ ਉਹ ਕਮਾਈ ਨਹੀਂ ਕਰਦੇ ਫਿਰ ਆਥਾ ਜਨਮਾਂ ਮਰਨਾ ਦਾ ਜਿਹੜਾ ਖੇਲ ਹੈ ਉਹ ਚੱਲਦਾ ਰਹੂਗਾ ਭਾਈ। ਅੱਗੇ ਸਾਨੂੰ ਸਮਝਾਉਂਦੇ ਆ ਕਿ ਆਪਾਂ ਸੋਚੀ ਬੈਠੇ ਆ ਕਿ ਇਹ ਜਿਹੜਾ ਸਫ਼ਰ ਹੈ ਇਹ ਇੱਥੇ ਹੀ ਚੱਲਦਾ ਰਹੂਗਾ, ਨਹੀਂ ਚੱਲਣ ਲੱਗਾ। ਮੌਤ ਜਿਹੜੀ ਹੈ ਉਹ ਸਾਡਾ ਦਰਵਾਜ਼ਾ ਖਟਖਟਾ ਰਹੀ ਹੈ। ਪਤਾ ਨਹੀਂ ਕਿਸ ਵੇਲੇ ਸਾਨੂੰ ਮੌਤ ਆ ਜਾਵੇ। ਆਪਾਂ ਤਾਂ ਰੋਜ਼ ਵੇਖਦੇ ਹਾਂ ਕਿ ਕਦੇ ਕਿੱਥੇ ਥਾਵਾਂ ਤੇ, ਕਦੇ ਕਿਸੇ ਥਾਵਾਂ ਤੇ, ਪਤਾ ਨਹੀਂ ਲੱਗਦਾ ਕਦ ਆਪਾਂ ਨੂੰ ਇੱਥੇ ਤੋਂ ਜਾਣਾ ਪੈ ਜੇ। ਲੇਕਿਨ ਸਾਨੂੰ ਕਦਰ ਕਰਨੀ ਹੈ ਭਾਈ। ਇਸ ਜਿਹੜਾ ਇਹ ਸਾਨੂੰ ਸਰੀਰ ਦਿੱਤਾ ਗਿਆ ਹੈ, ਸਾਨੂੰ ਇਸ ਦੀ ਕਦਰ ਕਰਨੀ ਹੈ। ਬਾਣੀ ਵਿੱਚ ਆਉਂਦਾ ਹੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਬਏ ਉਜਮੀਨ ਕਰੰਗਾ, ਕਿ ਪਤਾ ਨਹੀਂ ਕਿੰਨੇ ਜਨਮਾਂ ਤੋਂ ਆਪਾਂ ਭਟਕਦੇ ਹੋਏ ਆ ਰਹੇ ਹਨ। ਕਿੰਨੇ ਜਨਮਾਂ ਆਪਾਂ ਕੀਟ ਪਤੰਗਾ ਬਣੇ, ਆਪਾਂ ਪਸ਼ੂ ਪੰਛੀ ਬਣੇ, ਆਪਾਂ ਜਾਨਵਰ ਬਣੇ। ਫਿਰ ਉਸ ਪਰਮਾਰਥ ਨੇ, ਉਸ ਪਰਮਾਤਮਾ ਨੇ ਸਾਨੂੰ ਇਹ ਮਿਹਰ ਕੀਤੀ ਕਿ ਸਾਨੂੰ ਇਹ ਇਨਸਾਨ ਦਾ ਜਾਮਾ ਦਿੱਤਾ, ਜਿਸ ਵਿੱਚ ਆ ਕੇ ਆਪਾਂ ਉਸ ਪਰਮਾਤਮਾ ਨੂੰ ਮਿਲ ਸਕੀਏ। ਇਹ ਜਿਹੜਾ ਮੌਕਾ ਸਾਨੂੰ ਦਿੱਤਾ ਗਿਆ ਹੈ ਇਹ ਸਿਰਫ ਇਸ ਇਨਸਾਨੀ ਸਰੀਰ ਦੇ ਵਿੱਚ ਹੀ ਹੋ ਸਕਦਾ ਹੈ। ਪਰਮਾਤਮਾ ਚਾਹੁੰਦਾ ਤਾਂ ਸਾਨੂੰ ਉਹ ਐਨੀਮਲ ਵੀ ਬਣਾ ਸਕਦਾ ਸੀ, ਉਹ ਸਾਨੂੰ ਪਸ਼ੂ ਪੰਛੀ ਵੀ ਬਣਾ ਸਕਦਾ ਸੀ, ਲੇਕਿਨ ਉਸਨੇ ਸਾਨੂੰ ਜੇ ਇਨਸਾਨ ਦਾ ਜਾਮਾ ਦਿੱਤਾ ਹੈ ਤੇ ਇਸ ਕਾਰਜ ਦੇ ਵਾਸਤੇ ਦਿੱਤਾ ਹੈ ਕਿ ਆਪਾਂ ਉਸ ਵਿਛੋੜਾ ਜਿਹੜਾ ਆਪਾਂ ਉਸ ਪਰਮਾਤਮਾ ਨੂੰ ਦਿੱਤਾ ਹੈ ਉਸ ਨੂੰ ਆਪਾਂ ਕੰਪਲੀਟ ਕਰਕੇ ਉਸ ਡਿਟੈਚਮੈਂਟ ਨੂੰ ਅਟੈਚਮੈਂਟ ਵਿੱਚ ਲਾ ਕੇ ਆਪਾਂ ਉਸ ਪਰਮਾਤਮਾ ਦੇ ਨਾਲ ਮਿਲ ਜਾਈਏ। ਲੇਕਿਨ ਆਪਾਂ ਤਾਂ ਉਹਨਾਂ ਨੂੰ ਭੁੱਲ ਕੇ ਬੈਠ ਗਏ ਹਾਂ। ਜਿਹੜਾ ਮਕਸਦ ਸਾਨੂੰ ਦਿੱਤਾ ਗਿਆ ਸੀ ਉਸ ਨੂੰ ਆਪਾਂ ਭੁੱਲ ਕੇ ਬਹਿ ਗਏ ਹਾਂ। ਸਾਡੀ ਜਿਹੜੀਆਂ ਇੱਛਾਵਾਂ ਹਨ, ਜਿਹੜੀ ਸਾਡੀ ਡਿਜ਼ਾਇਰ ਹਨ, ਉਹ ਤਾਂ ਇੰਨੀ ਵੱਧਦੀ ਜਾ ਰਹੀ ਹੈ। ਜਿਹੜੀ ਆਪਾਂ ਮਾਊਂਟ ਐਵਰੇਸਟ ਦੇ ਪਹਾੜ ਦੀ ਵੀ ਗੱਲ ਕਰੇ ਨਾ, ਉਹ ਵੀ ਛੋਟਾ ਪੈ ਜਾਊਗਾ ਸਾਡੀ ਵਿਸ਼ੇਸ ਕਰਕੇ। ਸਾਡੀ ਜਿਹੜੀ ਇੱਛਾਵਾਂ ਹਨ, ਕੀ ਭਾਈ ਇਹ ਇੱਛਾਵਾਂ ਸਾਡੀਆਂ ਸਾਰੀਆਂ ਪੂਰੀਆਂ ਹੋ ਸਕਦੀਆਂ ਹਨ? ਇੱਕ ਚੀਜ਼ ਪੂਰੀ ਹੁੰਦੀ ਹੈ, ਆਪਾਂ ਦੂਜੇ ਦੇ ਵੱਲ ਤੁਰ ਜਾਂਦੇ ਹਾਂ। ਕੀ ਆਪਾਂ ਨੇ ਕਦੇ ਉਸ ਪਰਮਾਤਮਾ ਤੋਂ ਉਸ ਪਰਮਾਤਮਾ ਨੂੰ ਮੰਗਿਆ ਹੈ? ਆਪਾਂ ਨੇ ਕਦੇ ਨਹੀਂ ਮੰਗਿਆ। ਆਪਾਂ ਤਾਂ ਸਿਰਫ ਇਹੀ ਕਰਕੇ ਬਹਿ ਜਾਂਦੇ ਆ ਕਿ ਸਭ ਕੁਝ ਆਪਣਾ ਇੱਕ ਰਾਮ ਪਰਾਇਆ, ਕਿ all things are mine but that not God is mine, ਕਿ everything that is we are looking forward is mine but when talk about God that is not mine, ਕਿ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਉਹ ਮੇਰੀ ਹਨ, ਲੇਕਿਨ ਜਦ ਪਰਮਾਤਮਾ ਦੀ ਗੱਲ ਆਉਂਦੀ ਆ ਤਾਂ ਆਪਾਂ ਕਹਿੰਦੇ ਉਹ ਮੇਰਾ ਨਹੀਂ ਹੈ। ਆਪਾਂ ਉਹਨਾਂ ਨੂੰ ਭੁੱਲ ਕੇ ਬਹਿ ਜਾਂਦੇ ਆ, ਆਪਾਂ ਉਹਨਾਂ ਦੇ ਲਈ ਵਕਤ ਨਹੀਂ ਕੱਢਦੇ। ਆਪਾਂ ਮਿਹਰ ਦੀ ਗੱਲ ਕਰਦੇ ਆ ਕਿ ਸਾਡੇ ਉੱਤੇ ਮਿਹਰ ਹੋਣੀ ਚਾਹੀਦੀ ਹੈ। ਇਸ ਤੋਂ ਵੱਡੀ ਮਿਹਰ ਕੀ ਹੋ ਸਕਦੀ ਹੈ ਕਿ ਸਾਨੂੰ ਇਨਸਾਨ ਦਾ ਜਾਮਾ ਮਿਲਿਆ ਹੈ, ਸਾਨੂੰ ਉਸ ਪਰਮਾਤਮਾ ਨੇ ਪੂਰੇ ਗੁਰੂ ਦੇ ਨਾਲ ਮਿਲਾ ਦਿਆ ਹੈ, ਸਾਨੂੰ ਨਾਮਦਾਨ ਦੀ ਬਖਸ਼ਿਸ਼ ਕਰ ਦਿੱਤੀ ਹੈ। ਹੁਣ ਇਸ ਤੋਂ ਵੱਡੀ ਮਿਹਰ ਕੀ ਹੋ ਸਕਦੀ ਹੈ ਭਾਈ? ਸਾਨੂੰ ਤਾਂ ਨਾਮ ਦੀ ਮਹਿਮਾ ਗਾਣੀ ਚਾਹੀਦੀ ਹੈ, ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਬਾਣੀ ਵਿੱਚ ਆਉਂਦਾ ਹੈ, ਨਾਮੋ ਉਪਜੈ ਨਾਮੋ ਬਿਨਸੈ, ਕਿ everything which is created is out of ਨਾਮ, that word, ਕਿ ਜੋ ਕੁਝ ਵੀ ਇਸ ਧਰਤੀ ਦੇ ਵਿੱਚ ਹੋਇਆ ਹੈ ਉਸ ਨਾਮ ਦੇ ਜ਼ਰੀਏ ਹੋਇਆ ਹੈ। ਉਸ ਨਾਮ ਨੇ ਇਸ ਪੂਰੀ ਕਾਇਨਾਤ ਨੂੰ ਜਨਮ ਦਿੱਤਾ ਹੈ। ਜੇ ਉਹ ਪਰਮਾਤਮਾ ਆਪਣੀ ਮੌਜ ਦੇ ਵਿੱਚ ਆ ਕੇ ਉਸ ਸ਼ਬਦ ਨੂੰ ਵਾਪਸ ਬੁਲਾ ਲਵੇ ਤੇ ਇੱਥੇ ਪਰਲੇ ਮਹਾਪਰਲੇ ਆ ਜੂਗੀ। ਇਹ ਸਰੀਰ ਵੀ ਉਸ ਨਾਮ ਦੇ ਜ਼ਰੀਏ ਹੀ ਚੱਲ ਰਿਹਾ ਹੈ। ਜੇ ਪਰਮਾਤਮਾ ਉਸ ਨਾਮ ਨੂੰ ਇਸ ਧਰਤੀ ਤੋਂ, ਇਸ ਸਰੀਰ ਤੋਂ ਬੁਲਾ ਲਵੇ, ਸਰੀਰ ਦੇ ਉੱਥੇ ਹੀ ਮੌਤ ਹੋ ਜਾਂਦੀ ਹੈ। ਫਿਰ ਸਾਨੂੰ ਸਮਝਾਉਂਦੇ ਹਨ ਕਿ ਆਪਾਂ ਅੱਜ ਕੱਲ ਪੂਜਾ ਪਾਠ ਨੂੰ ਵੀ ਇੱਕ ਬਿਜ਼ਨਸ ਬਣਾ ਲਿੱਤਾ ਹੈ। ਆਪਾਂ ਨੇ ਉਸ ਨੂੰ ਵੀ ਇੱਕ ਡੀਲ ਬਣਾ ਲਿੱਤੀ ਹੈ। ਆਪਾਂ ਨੇ ਅੱਜ ਕੱਲ ਤਾਂ ਆਨਲਾਈਨ ਪਾਠ ਪੂਜਾ ਵੀ ਕਰਨੀ ਸ਼ੁਰੂ ਕਰ ਦਿੱਤੀਆਂ ਹਨ। ਕਿ ਇਹ ਉਹ ਸੱਚੀ ਭਗਤੀ ਹੈ? ਕਿ ਇਹ ਸਾਨੂੰ ਸਮਝਾਇਆ ਗਿਆ ਸੀ? ਆਪਾਂ ਗੱਲ ਕਰਦੇ ਹਾਂ ਪ੍ਰਕਾਸ਼ ਦੀ, ਆਪਾਂ ਗੱਲ ਕਰਦੇ ਹਾਂ ਆਵਾਜ਼ਾਂ ਦੀ। ਆਪਾਂ ਨੇ ਤੇ ਸਾਨੂੰ ਹੁਕਮ ਦਿੱਤਾ ਗਿਆ ਸੀ ਇਹਨਾਂ ਚੀਜ਼ਾਂ ਨੂੰ ਅੰਦਰ ਪ੍ਰਗਟ ਕਰਨ ਨੂੰ, ਅੰਦਰ ਇਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਨ ਵਾਸਤੇ, ਕਿ ਸਾਨੂੰ ਇਹਨਾਂ ਚੀਜ਼ਾਂ ਨੂੰ ਅੰਦਰ ਅਨੁਭਵ ਕਰਨਾ ਹੈ। ਲੇਕਿਨ ਆਪਾਂ ਨੇ ਤਾਂ ਇਹਨਾਂ ਨੂੰ ਸਿੰਬੋਲਿਕ ਬਣਾ ਲਿੱਤਾ। ਭਾਰ ਦੇ ਜ਼ਰੀਏ ਇਹਨਾਂ ਨੂੰ ਆਪਾਂ ਦੇਖਣਾ ਸ਼ੁਰੂ ਕਰ ਦਿੱਤਾ। ਆਪਾਂ ਕਿਸੇ ਮੰਦਿਰ ਮਸਜਿਦ ਤੇ ਜਾਂਦੇ ਆ ਜਾਂ ਕਿਸੇ ਹੋਰ ਥਾਵਾਂ ਤੇ ਜਾਂਦੇ ਆ, ਉੱਥੇ ਆਪਾਂ ਗੱਲ ਕਰਦੇ ਆ ਲਾਈਟ ਦੀ, ਆਪਾਂ ਨੇ ਜੋਤ ਬਣਾ ਲਿੱਤੀ। ਆਪਾਂ ਨੇ ਇੱਕ ਜੋਤ ਦਾ ਦਿਵਾ ਖੜਾ ਕਰਕੇ ਰੱਖ ਦਿੱਤਾ। ਆਪਾਂ ਤੋਂ ਸਾਊਂਡ ਦੀ ਗੱਲ ਕੀਤੀ ਗਈ, ਆਪਾਂ ਨੇ ਘੰਟੇ ਵਜਾਣੇ ਸ਼ੁਰੂ ਕਰ ਦਿੱਤੇ। ਆਪਾਂ ਤੋਂ ਸਰੋਵਰ ਦੀ ਗੱਲ ਕੀਤੀ ਗਈ, ਆਪਾਂ ਨੇ ਭਾਰ ਦੇ ਜਿਹੜੇ ਸਰੋਵਰ ਹੈ ਉੱਥੇ ਨਹਾਣਾ ਸ਼ੁਰੂ ਕਰ ਦਿੱਤਾ। ਕੀ ਭਾਈ ਭਾਰ ਦੇ ਜ਼ਰੀਏ ਉਹ ਜਿਹੜੀਆਂ ਚੀਜ਼ਾਂ ਹਨ ਉਹ ਪੂਰੀ ਹੋ ਸਕਦੀਆਂ ਹਨ?
ਸੱਚਾ ਪ੍ਰਕਾਸ਼ ਜਿਹੜਾ ਹੈ ਉਹ ਇੱਥੇ ਤੀਸਰੇ ਤਿਲ ਤੇ ਆਂਦਾ ਹੈ। ਮਹਾਰਾਜ ਜੀ ਸਮਝਾਉਂਦੇ ਹੁੰਦੇ ਸੀ, ਇਫ ਦਾ ਆਈ ਬੀ ਸਿੰਗਲ ਦਾ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਜੇ ਤੁਸੀਂ ਇੱਕ ਅੱਖ ਵਾਲੇ ਬਣ ਜਾਵੋਗੇ ਤੁਹਾਡਾ ਸਾਰਾ ਜਿਸਮ ਨੂਰ ਔਰ ਪ੍ਰਕਾਸ਼ ਦੇ ਨਾਲ ਭਰ ਜਾਵੇਗਾ। ਉਹ ਆਵਾਜ਼ ਕਿਹੜੀ ਹੈ? ਉਹ ਘੰਟਿਆਂ ਦੀ ਆਵਾਜ਼ ਕਿੱਥੇ ਆਉਣੀ ਹੈ? ਉਹ ਸਾਡੇ ਕੰਨਾਂ ਤੋਂ ਆਣੀ ਹੈ। उस परमात्मा की धुन धुनकारे दे रही है, आ रही सदा तेरे बुलाने के लिए। वो जिहड़ी आवाज है वो उस रब ते घर तो आ रही है, वो सच्चे सचखंड तो आ रही है, वो किते पहाड़ दे जगह तो नहीं आ रही। हाँ, वो सच्चो सरोवर केड़ा है? उस नाम दा सरोवर है, उस परमात्मा दी मेहर दा सरोवर है। जद आपां उस अपने आप नूं उस नाम दे नाल धोंदे हन, जद देखो जद साडा कोई कपड़ा गंदा हो जाता है आपां की करते हैं? आपां उन्हां नूं साबुन दे नाल धो लेंदे हां। बाणी दे विच आउंदा है, मूथ पलिती कपड़ होए ले साबण एनू धोए, कि जद कपड़ा गंदा हो जाता है आपां साबण और पानी दे नाल इन्हां नूं बड़े आराम दे नाल धो सकदे हन। लेकिन जद आपां मन दी गल करदे हां तां की आंदा है, मरिए पत पापा के संग ए धोवे नावे के रंग, कि जद वो नाम दा रंग, वो नाम दी जिहड़ी साबण है वो साडे मन दे उत्ते लगदी है तां वो साडा मन जिहड़ा है वो साफ हुंदा है, उस अगे पहुंचदा है। महाराज जी समझांदे सी ललारी दी गल कि जद कोई कपड़ा गंदा हो जाता है आपे धोबी कोले ले जांदे हां। धोबी तो कहंदे आ कि बई ये दाग जिहड़ा है इन्हां नूं साफ कर दे। धोबी कहंदा है जी ये मेरे तो साफ नहीं होण लगा। फिर आपां की करदे आ? फिर आपां उहनूं ललारी कोल ले जांदे हां। ललारी की करदे आ? ललारी उन्हां नूं गूढ़े रंग दे विच रंग दिंदा है कि फिर वो जिहड़ा धब्बा है, जिहड़ा दाग है, वो दिखाई नहीं दिंदा। तां आपां कहंदे आ गूढ़े रंग विच रंग दिओ जी मैलियां ने साडियां रूहां, कि साडे जिहड़ा मन है उस नूं गूढ़े रंग दे विच रंग दिओ जी, कि जिहड़ा साडा मैल है वो विखाई ना देवे। तां ਉਹ ਹੋਵੇਗਾ ਕਿਵੇਂ? ਉਹ ਹੋਵੇਗਾ जद आपां उस परमात्मा दा नाम सिमरन करांगे, उस परमात्मा दे लई आपां वक्त कढांगे, फिर वो चीज साडे कोल आऊगी, फिर साडा मन निर्मल होवेगा। जब तक अपना मन निर्मल नहीं होवेगा आपां इन्हां चीजां तो अगे नहीं निकल सकते। सो जन निर्मल जिन आप पछाता, कि जिन्हें अपने आप दी अपनी आइडेंटिटी नूं अपने सैल्फ रियलाइजेशन कर लिता। बाबा जी समझाते हैं गॉड रियलाइजेशन बिफोर सैल्फ रियलाइजेशन, कि सानू सब तो पहला अपनी पछाण करनी है, फिर सानू परमात्मा की पछाण करनी है। जब तक आप अपने आप की पछाण नहीं करांगे आप उस परमात्मा दे वल नहीं तुर सकदा। सानू तां उस चीज नूं सामने लैके चलना है। सारा कुछ होवेगा साडे करन दे नाल होवेगा। फिर गल करदे आ गुरु ते चेले दी, तां अगे समझाउंदे आ शब्द गुरु सूरत धुन चेला, कि जिहड़ा गुरु है वो शब्द है, जिहड़ी वो सूरत है, वो जिहड़ी धुन है वो चेला है। सानू तो उस धुन नूं पकड़दे होए अगे वधना है ते सानू उस दे अगे पहुंचना है। फिर आपां शिकायत करना शुरू कर दिंदे आ कि जी सानू तां इन्ने साल हो गए भजन सिमरन करदे होए, सानू तां कुछ दिखाई नहीं दिंदा, कुछ सुनाई नहीं दिंदा कि आपां की कर रहे हैं। तां भाई सानू अपने आप नूं चेक करन दी लोड़ है। आपां दूजियां दे उत्ते पा दिंदे हां, शिकायत करना शुरू कर दिंदे आ कि असल दे विच आपां वो वक्त उस परमात्मा नूं दे रहे हां जिन्ना सानू समझाया गया है। साडा तां वो हाल हो गया है जिवें कोई सूरज तो परले पासे जाके मुंह फेर के खड़ा हो जे, फिर कहे कि जे सूरज मैनू दिखाई नहीं दे रहा। ओ भाई ओ भरावा, जब तक तू अपना मुख वो सूरज वल नहीं करूगा, जब तक उस दे वल नहीं देखूगा कि तुहानू सूरज दिख जूगा। ਉਹੀ ਸਾਡਾ ਹਾਲ ਹੋਇਆ ਪਿਆ ਹੈ। ਆਪਾਂ ਆਪਣਾ ਮੂੰਹ ਜਿਹੜਾ ਹੈ ਉਹ ਦੁਨਿਆਵੀ ਚੀਜ਼ਾਂ ਦੇ ਉੱਤੇ ਰੱਖਿਆ ਹੋਇਆ ਹੈ, ਪਰਮਾਤਮਾ ਨੂੰ ਤਾਂ ਆਪਾਂ ਭੁੱਲ ਕੇ ਬਹਿ ਗਏ ਹਾਂ। ਜਦ ਸਾਡੇ ਉੱਤੇ ਕੋਈ ਮੁਸੀਬਤ ਆ ਜਾਂਦੀ ਹੈ, ਕੋਈ ਪ੍ਰੋਬਲਮ ਆ ਜਾਂਦੀ ਹੈ, ਤਾਂ ਆਪਾਂ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੰਦੇ ਹਾਂ। ਲੇਕਿਨ ਜਦ ਸਾਡਾ ਸਾਰੀ ਜ਼ਿੰਦਗੀ ਦੇ ਵਿੱਚ ਸਭ ਕੁਝ ਸਹੀ ਹੋ ਜਾਂਦਾ ਹੈ, ਆਪਾਂ ਉਹਨਾਂ ਨੂੰ ਭੁੱਲ ਕੇ ਬਹਿ ਜਾਂਦੇ ਹਾਂ ਕਿ ਆਪਾਂ ਨੇ ਉਹਨਾਂ ਨੂੰ ਇੱਕ ਇਵੈਂਟ ਪ੍ਰੋਡਕਟ ਬਣਾ ਲਿੱਤਾ ਹੈ ਕਿ ਇੱਕ ਇਵੈਂਟ ਦੇ ਉੱਤੇ ਆਪਾਂ ਉਹਨਾਂ ਨੂੰ ਯਾਦ ਕਰਾਂਗੇ, ਬਾਕੀ ਦਿਨਾਂ 'ਚ ਆਪਾਂ ਉਹਨਾਂ ਨੂੰ ਭੁੱਲ ਜਾਣਗੇ। सोचो जे परमात्मा भी थोनू भुल जाए फिर थोड़ा की बनूगा भाई। ठीक है, थोड़े कामकाज भी हैगे आ, थोड़े रिश्तेदार भी हैगे आ, तुसी जिंदगी ते विच आए हो, थोड़ी पर्सनल लाइफ है, लेकिन फिर भी तुहानू बार बार अर्ज कीती जांदी है बैलेंस लेके आना है भाई। उस बैलेंस नू लेके आना है जिंदगी दे विच। जब तक वो बैलेंस साडे कोल नहीं आऊगा आपां जिंदगी दे विच सफल नहीं हो सकदे। वो बैलेंस किवें आंदा है? तुसी देखो, तुसी नेचर तो वड्डा एग्जाम्पल ले सकते हो। वो परमात्मा जिहड़ा है
ਉਹ ਕਿਵੇਂ ਬੈਲੈਂਸ ਬਣਾ ਕੇ ਚੱਲਦਾ ਹੈ। ਦੇਖੋ ਪੰਜ ਤੱਤਵਾਂ ਦਾ ਸਰੀਰ ਬਣਿਆ ਹੋਇਆ ਹੈ, ਬੈਲੈਂਸ ਹੈ ਕਿ ਨਹੀਂ ਹੈ। ਅਗਨੀ ਦਾ ਬੈਲੈਂਸ ਹੈ, ਪਾਣੀ ਦਾ ਬੈਲੈਂਸ ਹੈ, ਹਵਾ ਦਾ ਬੈਲੈਂਸ ਹੈ, ਮਿੱਟੀ ਦਾ ਬੈਲੈਂਸ ਹੈ, ਤਾਂ ਕਰਕੇ ਸਰੀਰ ਚੱਲਿਆ ਹੋਇਆ ਹੈ, ਤਾਂ ਕਰਕੇ ਇਹ ਜਿਹੜੀਆਂ ਬ੍ਰਹਮਾਂਡ ਹੈ ਚੱਲਿਆ ਹੋਇਆ ਹੈ। ਜੇ ਆਪਾਂ ਇਸ ਚੀਜ਼ ਨੂੰ ਬੈਲੈਂਸ ਬਣਾ ਕੇ ਨਹੀਂ ਚੱਲਾਂਗੇ ਤਾਂ ਫਿਰ ਸਾਰੀਆਂ ਚੀਜ਼ਾਂ ਡਗਮਗਾ ਜਾਊਗੀ। ਆਪਾਂ ਨੇ ਐਕਸਟ੍ਰੀਮ ਦੇ ਉੱਤੇ ਨਹੀਂ ਜਾਣਾ ਹੈ, ਬੈਲੈਂਸ ਆਪਾਂ ਨੇ ਬੈਲੈਂਸ ਲੈ ਕੇ ਚੱਲਣਾ ਹੈ। ਆਪਣੀ ਪਰਸਨਲ ਲਾਈਫ ਨੂੰ ਵੀ ਵਕਤ ਦੇਣਾ ਹੈ ਤੇ ਪਰਮਾਰਥ ਨੂੰ ਵੀ ਵਕਤ ਦੇਣਾ ਹੈ ਤੇ ਵੱਡੇ ਡਿਸਪਲਿਨ ਦੇ ਨਾਲ ਦੇਣਾ ਹੈ। ਤੇ ਇਹ ਜਿਹੜੀਆਂ ਚੀਜ਼ਾਂ ਹਨ ਇਹ ਇੱਕੋ ਦਿਨ ਦੇ ਵਿੱਚ ਨਹੀਂ ਹੋਣ ਲੱਗੀਆਂ। ਆਪਾਂ ਸੋਚਦੇ ਹਾਂ ਕਿ ਆਪਾਂ ਨੂੰ ਇੱਕ ਰਾਤ ਦੇ ਵੀ ਸਾਰਾ ਕੁਝ ਹੋ ਜੇ, ਇੱਕ ਚੁਟਕੀ ਵਜਾਉਣ ਤੇ ਨਾਲ ਸਾਰਾ ਕੁਝ ਹੋ ਜੇ, ਨਹੀਂ ਹੋਣ ਲੱਗਾ ਭਾਈ। ਇਹ ਕੋਈ ਜਾਦੂ ਦੀ ਛੜੀ ਨਹੀਂ ਹੈ ਜਿਹੜੀ ਆਪਣੇ ਸਿਰ ਦੇ ਵਾਰ-ਵਾਰ ਘੁਮਾਈ ਤੇ ਹੋ ਗਈ। ਦੇਖੋ ਆਪਾਂ ਆਜ਼ਾਦੀ ਦੀ ਗੱਲ ਕਰਦੇ ਹਾਂ, ਇੰਡੀਪੈਂਡੈਂਸ ਸਟਰਗਲ ਦੀ ਗੱਲ ਕਰਦੇ ਹਾਂ, ਕਿੰਨੇ ਸਾਲ ਰਿਵੋਲੂਸ਼ਨਰੀਜ਼ ਨੇ ਮਿਹਨਤ ਕੀਤੀ, ਸਟਰਗਲ ਕੀਤਾ, ਤਾਂ ਜਾ ਕੇ ਉਹਨਾਂ ਨੂੰ ਆਜ਼ਾਦੀ ਮਿਲੀ। ਤਾਂ ਆਪਾਂ ਕੀ ਸੋਚਦੇ ਹਾਂ ਪਰਮਾਰਥ ਦਾ ਰਸਤਾ ਇੰਨਾ ਆਸਾਨ ਹੈ। ਫਿਰ ਵੀ ਉਹ ਜਿਹੜਾ ਗੁਰੂ ਹੈ ਉਹ ਸਾਡੇ ਉੱਤੇ ਬਖਸ਼ਿਸ਼ ਕਰਦਾ ਹੈ, ਫਿਰ ਵੀ ਉਹ ਸਾਨੂੰ ਉਸ ਮੁਕਾਮ ਦੇ ਉੱਤੇ ਲੈ ਕੇ ਜਾਂਦਾ ਹੈ ਕਿ ਉਹ ਸਾਡੀ ਮਦਦ ਕਰਦਾ ਹੈ। ਲੇਕਿਨ ਸਾਨੂੰ ਉਸ ਸ਼ਰਨ ਦੇ ਵਿੱਚ ਜਾਣਾ ਪੈਂਦਾ ਹੈ। ਆਪਾਂ ਕਹਿੰਦੇ ਹਾਂ ਜੀ ਸ਼ਰਨ ਤੁਹਾਰੀ ਆਇਆ ਜੀ ਮੈਂ, ਆਇਓ ਸ਼ਰਨ ਤੁਹਾਰੀ। ਸ਼ਰਨ ਆਪਾਂ ਕਿਹਨੂੰ ਕਹਿੰਦੇ ਹਾਂ? ਸਿਰਫ ਸਤਸੰਗ ਦੇ ਵਿੱਚ ਆ ਜਾਣਾ ਨੂੰ ਆਪਾਂ ਸ਼ਰਨ ਕਹਿੰਦੇ ਹਾਂ? ਭਾਈ ਸ਼ਰਨ ਦਾ ਮਤਲਬ ਹੁੰਦਾ ਹੈ ਉਹ ਸਰੈਂਡਰ। ਜਦ ਉਹ ਆਪਾਂ ਆਪਣੀ ਹਸਤੀ ਨੂੰ ਖੋ ਕੇ ਉਸ ਪਰਮਾਤਮਾ ਦੇ ਅੱਗੇ ਰੱਖ ਦਿੰਦੇ ਆ ਕਿ ਤੂੰ ਹੀ ਉਹ ਹੈ ਮੈਂ ਨਹੀਂ, ਵੇ ਸੱਜਣਾ ਤੂੰ ਹੀ ਉਹ ਹੈ ਮੈਂ ਨਹੀਂ। ਕਿ ਉਹ ਪਰਮਾਤਮਾ ਹੁਣ ਤੂੰ ਹੀ ਹੈ, ਮੇਰੀ ਕੋਈ ਹਸਤੀ ਨਹੀਂ ਹੈ, ਮੈਂ ਵਾਰ-ਵਾਰ ਜਾਂਦੀ ਹਾਂ। ਅੱਗੇ ਸਮਝਾਉਂਦੇ ਆ ਰਾਂਝਾ ਰਾਂਝਾ ਕਰਦੀ ਨੀ ਮੈਂ, ਆਪੇ ਰਾਂਝਾ ਹੋਈ। ਹੁਣ ਤੇ ਮੈਂ ਪੂਰੀ ਰਾਂਝਾ, ਮੈਨੂੰ ਹੀਰ ਨਾ ਆਖੋ ਕੋਏ। ਤੇ ਹੁਣ ਮੈਂ ਉਸ ਰਾਂਝੇ ਦੇ ਪਿਆਰ ਦੇ ਵਿੱਚ ਇੰਨੀ ਮਸ਼ਗੂਲ ਹੋ ਗਈ ਹਾਂ ਕਿ ਮੈਂ ਆਪਣੀ ਹਸਤੀ ਨੂੰ ਭੁਲਾ ਦਿੱਤੀ। ਹੁਣ ਮੈਂ ਹੀਰ ਨਹੀਂ ਹਾਂ, ਹੁਣ ਮੈਂ ਰਾਂਝਾ ਬਣ ਗਈ ਹਾਂ, ਹੁਣ ਮੈਨੂੰ ਹੀਰ ਕਹਿਣ ਦੀ ਲੋੜ ਨਹੀਂ ਹੈ। ਇਹ ਹੁੰਦਾ ਹੈ ਸਰੈਂਡਰ, ਇਹ ਹੁੰਦਾ ਹੈ ਉਹ ਸ਼ਰਨ। ਆਪਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮਾੜਾ ਹੋ ਜਾਂਦਾ ਹੈ, ਆਪਾਂ ਤਾਂ ਸ਼ਿਕਾਇਤ ਕਰਕੇ ਬਹਿ ਜਾਂਦੇ ਹਾਂ, ਆਪਾਂ ਤਾਂ ਉਸ ਪਰਮਾਤਮਾ ਤੋਂ ਵਿਮੁਖ ਹੋ ਕੇ ਬਹਿ ਜਾਂਦੇ ਹਾਂ। ਆਪਾਂ ਕੀ ਸਮਝਦੇ ਹਾਂ ਭਾਈ ਉਹ ਪਰਮਾਤਮਾ ਸਾਡੇ ਨਾਲ ਮਾੜਾ ਕਰ ਰਿਹਾ ਹੈ ਕਿ ਆਪਾਂ ਪਰਮਾਤਮਾ ਤੋਂ ਬਿਹਤਰ ਜਾਣਦੇ ਹਾਂ ਸਾਡੀ ਜ਼ਿੰਦਗੀ ਵਿੱਚ ਕੀ ਚਾਹੀਦਾ ਹੈ। ਇੱਕ ਤਰਫ ਤਾਂ ਆਪਾਂ ਕਹਿੰਦੇ ਹਾਂ ਕਿ ਸਾਰੀ ਕਾਇਨਾਤ ਜਿਹੜੀ ਹੈ ਉਹ ਪਰਮਾਤਮਾ ਨੇ ਬਣਾਈ ਹੈ, ਪਰਮਾਤਮਾ ਦੇ ਕਰਕੇ ਚੱਲ ਰਹੀ ਹੈ। ਦੂਜੇ ਪਾਸੇ ਆਪਾਂ ਸੋਚਦੇ ਹਾਂ ਕਿ ਪਰਮਾਤਮਾ ਨੇ ਜਿਹੜਾ ਕੁਝ ਬਣਾਇਆ ਹੈ ਉਹ ਠੀਕ ਨਹੀਂ ਬਣਾਇਆ, ਕਿ ਆਪਾਂ ਉਹਨਾਂ ਦੇ ਹੁਕਮ ਅਦੁੱਲੀ ਕਰ ਰਹੇ ਹਨ। ਭਾਈ ਸਾਨੂੰ ਸਮਝਣ ਦੀ ਲੋੜ ਹੈ। ਸਰੈਂਡਰ ਉਹ ਸ਼ਰਨ ਜਿਹੜੀ ਹੈ ਉਹ ਜਦ ਆਂਦੀ ਹੈ ਕਿ ਸੁੱਖ ਹੋਵੇ ਦੁੱਖ ਹੋਵੇ, ਭਾਵੇਂ ਕਿਵੇਂ ਵੀ ਅਵਸਥਾ ਹੋਵੇ, ਸਾਡਾ ਮਨ ਨਾ ਡਿੱਗੇ, ਸਾਡੀ ਜਿਹੜੀ ਅਵਸਥਾਵਾਂ ਹਨ ਉਹ ਸੇਮ ਰਹਿਣ, ਆਪਾਂ ਉਸ ਆਪਣੇ ਪਾਥ ਤੋਂ ਨਾ ਡਿੱਗੇ, ਉਹ ਹੁੰਦੀ ਹੈ ਸ਼ਰਨ। ਆਪਾਂ ਕਿਸ ਤਰਫ ਜਾ ਰਹੇ ਹਨ? ਆਪਾਂ ਦੁਨੀਆ ਦੇ ਵਿੱਚ ਵੇਖਦੇ ਹਾਂ ਜਿੰਨੀ ਲੜਾਈ ਧਰਮ ਨੂੰ ਲੈ ਕੇ, ਮਜ਼ਹਬ ਨੂੰ ਲੈ ਕੇ, ਜਾਤ ਨੂੰ ਲੈ ਕੇ ਦੁਨੀਆ ਦੇ ਵਿੱਚ ਹੁੰਦੀ ਹੈ, ਸ਼ਾਇਦ ਹੀ ਕਿਸੇ ਹੋਰ ਸਬਜੈਕਟ ਦੇ ਉੱਤੇ ਇੰਨੀ ਲੜਾਈ ਹੁੰਦੀ ਹੋਵੇਗੀ। ਕੀ ਸੋਚ ਰਹੇ ਹਾਂ ਭਾਈ ਆਪਾਂ? ਇਹ ਕਿਹੜੀ ਜਾਤ ਹੈ, ਇਹ ਕਿਹੜਾ ਧਰਮ ਹੈ? ਜਦ ਇਨਸਾਨ ਪੈਦਾ ਹੁੰਦਾ ਹੈ ਉਸ ਬੱਚੇ ਨੂੰ ਪਤਾ ਵੀ ਨਹੀਂ ਹੁੰਦਾ ਉਹ ਕਿਹੜੀ ਜਾਤ ਦੇ ਵਿੱਚ ਹੋਇਆ ਹੈ, ਕਿਹੜੇ ਧਰਮ ਦੇ ਵਿੱਚ ਹੋਇਆ ਹੈ। ਉਹ ਤਾਂ ਕੋਰਾ ਕਾਗਜ਼ ਵਰਗਾ ਹੁੰਦਾ ਹੈ। ਫਿਰ ਉਹਦਾ ਜਿਹੜਾ ਪਰਿਵਾਰ ਹੈ ਉਹਨੂੰ ਸਿਖਾਉਂਦਾ ਹੈ ਕਿ ਇਹ ਤੇਰੀ ਜਾਤ ਹੈ, ਤੇਰਾ ਮਜ਼ਹਬ ਹੈ। ਕੀ ਪਰਮਾਤਮਾ ਮੋਹਰ ਲਗਾ ਕੇ ਭੇਜਦਾ ਹੈ? ਕਦੇ ਨਹੀਂ ਭੇਜਦਾ। ਪਰਮਾਤਮਾ ਸਾਨੂੰ ਕੀ ਸਮਝਾਉਂਦਾ ਹੈ? ਆਪਾਂ ਕੀ ਪਰਮਾਤਮਾ ਦੀ ਕੋਈ ਜਾਤ ਹੈ? ਕਿ ਪਰਮਾਤਮਾ ਇੱਥੇ ਕੋਈ ਸਰਟੀਫਿਕੇਟ ਜਾਂ ਕੋਈ ਆਇਡੈਂਟੀਟੀ ਲੈ ਕੇ ਆਉਂਦਾ ਹੈ? ਫਿਰ ਆਪਾਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਧਰਮ ਮਜ਼ਹਬ ਬਣਾ ਲਿੱਤੇ, ਇਹਨੇ ਆਪਾਂ ਨੇ ਖਾਈ ਖੜੀ ਕਰ ਦਿੱਤੀ ਆਪਣੇ ਵਿੱਚ। ਕੀ ਸੋਚਦੇ ਆ ਆਪਾਂ ਭਾਈ? ਨਹੀਂ ਹੋਣ ਲੱਗੀਆਂ। ਸ਼ਬਦ ਆਉਂਦਾ ਹੈ ਉੱਥੇ ਅਮਲਾ ਦੇ ਹੋਣੇ ਨੇ ਨਬੇੜੇ, ਖੜੀ ਰਹਿਣਗੀਆਂ ਜਾਤਾਂ, ਕਿ ਉੱਥੇ ਸਿਰਫ ਉਸ ਨਾਮ ਦੀ ਕਦਰ ਹੋਣੀ ਹੈ। ਇਹ ਜਿਹੜੀਆਂ ਤੁਹਾਡੀਆਂ ਜਾਤਾਂ ਹਨ, ਇਹ ਤੁਹਾਡੇ ਜਿਹੜੇ ਮਜ਼ਹਬ ਹਨ, ਇਹ ਖੜੇ ਰਹਿ ਜਾਣਗੇ ਭਾਈ, ਇੱਥੇ ਉੱਥੇ ਪਛਾਣ ਨਹੀਂ ਹੋਣੀ। ਨਾਨਕ ਕੇ ਘਰ ਕੇਵਲ ਨਾਮ, ਉੱਤੇ ਸਿਰਫ ਅਗਰ ਕਿਸੇ ਚੀਜ਼ ਦੀ ਪਛਾਣ ਹੋਣੀ ਹੈ, ਉਸ ਪ੍ਰੇਮ ਦੇ ਪਿਆਰ ਦੀ ਪਛਾਣ ਹੋਣੀ ਹੈ, ਉਸ ਨਾਮ ਦੀ ਪਛਾਣ ਹੋਣੀ ਹੈ, ਹੋਰ ਕਿਸੇ ਚੀਜ਼ ਦੀ ਪਛਾਣ ਨਹੀਂ ਹੋਣੀ। ਅੱਜ ਕੱਲ ਆਪਾਂ ਕੀ ਕਰਦੇ ਹਾਂ? ਆਪਾਂ ਡਿਸਕ੍ਰਿਮੀਨੇਸ਼ਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਭੇਦਭਾਵ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਆਪਾਂ ਜੇ ਲਾਈਵ ਐਗਜ਼ਾਮਪਲ ਲਈਏ, ਹੁਣ ਤੁਸੀਂ ਦੇਖੋ ਇੰਨੀ ਬਾੜ ਚੱਲ ਰਹੀ ਹਨ, ਕੀ ਉਹ ਪਾਣੀ ਨੇ ਪੁੱਛਿਆ ਹੈ ਕਿ ਮੈਂ ਕਿਸ ਤੇ ਕਰ ਜਾਣਾ ਹੈ, ਇਹ ਉੱਚੀ ਜਾਤ ਦਾ ਹੈ, ਮੈਨੇ ਘਰ ਨੂੰ ਤਬਾਹ ਨਹੀਂ ਕਰਨਾ, ਮੈਂ ਨੀਚੀ ਜਾਤ ਦਾ ਹੈ, ਇਸ ਤੇ ਘਰ ਨੂੰ ਤਬਾਹ ਕਰ ਦਿੰਦਾ ਹਾਂ? ਕੀ ਉਹਨਾਂ ਨੇ ਪੁੱਛਿਆ? ਤਾਂ ਸਾਨੂੰ ਸਮਝਣ ਦੀ ਲੋੜ ਹੈ, ਸਾਨੂੰ ਵੀ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਹੈ। ਪਾਣੀ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਉਪਦੇਸ਼ ਹੈ ਚੋ ਵਰਣੋਂ ਕੋ ਸਾਂਝਾ,
ਜਿਹੜੇ ਵੀ ਵਰਣ ਹੈ ਉਹ ਸਾਰਿਆਂ ਨੂੰ ਸਾਂਝਾ ਹੈ। ਉਹ ਪਰਮਾਤਮਾ ਇੱਥੇ ਖਾਈ ਖੜੀ ਕਰਨ ਵਾਸਤੇ ਨਹੀਂ ਆਉਂਦਾ। ਆਪਾਂ ਤਾਂ ਇੱਥੇ ਆਪਣੇ ਮੁਤਾਬਕ ਆਪਣੇ ਕਨਵੀਨੀਅੰਸ ਦੇ ਨਾਲ ਚੀਜ਼ਾਂ ਨੂੰ ਇੱਥੇ ਬਣਾਉਂਦੇ ਜਾ ਰਹੇ ਹਨ, ਤਾਂ ਕਰਕੇ ਸਾਨੂੰ ਰੋਣਾ ਪੈਂਦਾ ਹੈ। ਸਤਸੰਗ ਆਉਣ ਵਾਸਤੇ ਜਾਂ ਕਿਤੇ ਧਰਮ ਸਥਾਨ ਤੇ ਜਾਣ ਵਾਸਤੇ ਨਹੀਂ ਕੁਝ ਹੋਣ ਲੱਗਾ ਭਾਈ। ਤੁਸੀਂ ਕਿੰਨਾ ਵੀ ਸਤਸੰਗ ਸੁਣ ਲਓ, ਕਿਤੇ ਵੀ ਧਰਮ ਸਥਾਨਾਂ ਤੇ ਜਾ ਕੇ ਤੁਸੀਂ ਚਲੇ ਜਾਓ, ਜਦ ਤੱਕ ਉਸ ਚੀਜ਼ ਨੂੰ ਅਮਲ ਦੇ ਉੱਤੇ ਨਹੀਂ ਲਾਓਗੇ, ਜਦ ਤੱਕ ਆਪਣੀ ਜ਼ਿੰਦਗੀ ਨੂੰ ਉਸ ਦੇ ਤਰੀਕੇ ਦੇ ਨਾਲ ਬਦਲੋਗੇ ਨਹੀਂ, ਉਸ ਚੀਜ਼ ਨੂੰ ਉਸ ਲੈਵਲ ਦੇ ਉੱਤੇ ਜਾ ਕੇ ਇੰਪਰੋਵਾਈਜ਼ ਨਹੀਂ ਕਰੋਗੇ, ਉਸ ਪ੍ਰੈਕਟੀਕੈਲਿਟੀ ਦੇ ਵਿੱਚ ਨਹੀਂ ਲੈ ਕੇ ਆਓਗੇ, ਤਦ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਬਦਲ ਸਕਦਾ। ਸਾਨੂੰ ਤਾਂ ਉਸ ਪਰਮਾਤਮਾ ਨੇ ਇੰਨੀ ਚੀਜ਼ ਬਖਸ਼ੀ ਹੈ, ਇੰਨਾ ਸਮਝਾਇਆ ਹੈ, ਇੰਨੇ ਗੁਰੂ ਸਾਨੂੰ ਮਿਲੇ ਹਨ, ਫਿਰ ਵੀ ਆਪਾਂ ਜੇ ਨਹੀਂ ਸਮਝਾਂਗੇ ਤਾਂ ਭਾਈ ਫਿਰ ਹੋਰ ਕੌਣ ਸਮਝੂਗਾ। ਇਹ ਜਿਹੜੀ ਦੁਨੀਆ ਹੈ ਕਈ ਸਟੇਜ ਦੇ ਉੱਤੇ ਬਣੀ ਹੋਈ ਹੈ। ਇੱਕ ਸਟੇਜ ਦੇ ਵਿੱਚ ਮਾਈਕਰੋ ਆਰਗੈਨਿਜ਼ਮ ਆਉਂਦੇ ਹਨ ਜਿਹੜੇ ਕਿ ਸਾਨੂੰ ਦਿਖਾਈ ਨਹੀਂ ਦਿੰਦੇ, ਇੱਕ ਸਟੇਜ ਦੇ ਵਿੱਚ ਪਸ਼ੂ ਪੰਛੀ ਆਉਂਦੇ ਹਨ, ਇੱਕ ਸਟੇਜ ਦੇ ਵਿੱਚ ਦੇਵੀ ਦੇਵਤਾ ਆਉਂਦੇ ਹਨ, ਇੱਕ ਸਟੇਜ ਦੇ ਵਿੱਚ ਇਨਸਾਨ ਆਉਂਦਾ ਹੈ। ਹੁਣ ਗੱਲ ਕਰੀਏ ਪਸ਼ੂ ਪੰਛੀ ਦੀ, ਉਹਨਾਂ ਦੀ ਭਾਸ਼ਾ ਆਪਾਂ ਸਮਝ ਨਹੀਂ ਸਕਦੇ। ਜਿਹੜੇ ਦੇਵੀ ਦੇਵਤਾ ਹੈ ਉਹ ਕਿਸੇ ਨੇ ਵੇਖੇ ਨਹੀਂ, ਤੇ ਇਨਸਾਨ ਨੂੰ ਇਨਸਾਨ ਹੀ ਸਮਝਾ ਸਕਦਾ ਹੈ। ਇਨਸਾਨ ਦੀ ਭਾਸ਼ਾ ਜਿਹੜੀ ਹੈ ਉਹ ਇਨਸਾਨ ਦੀ ਭਾਸ਼ਾ ਹੀ ਸਮਝ ਸਕਦੀ ਹੈ। ਤਾਂ ਉਸ ਗੁਰੂ ਨੂੰ ਇਨਸਾਨ ਦਾ ਰੂਪ ਲੈ ਕੇ ਆਉਣਾ ਪੈਂਦਾ ਹੈ ਸਾਨੂੰ ਸਮਝਾਉਣ ਵਾਸਤੇ। ਲੇਕਿਨ ਕਿੰਨੇ ਗੁਰੂ ਇਸ ਦੁਨੀਆ ਦੇ ਵਿੱਚ ਆ ਕੇ ਚਲੇ ਗਏ, ਕਿੰਨੇ ਗੁਰੂ, ਤੁਸੀਂ ਹਿਸਾਬ ਲਾ ਕੇ ਵੇਖੋ ਕਿੰਨੇ ਗੁਰੂ ਇੱਥੇ ਆ ਕੇ ਚਲੇ ਗਏ। ਕਿੰਨੀ ਗ੍ਰੰਥ ਪੋਥੀਆਂ ਹਨ ਜਿਨ੍ਹਾਂ ਨੇ ਸਾਨੂੰ ਸਮਝਾ ਕੇ ਉਹਨਾਂ ਦੇ ਜਿਹੜੇ ਪੰਨੇ ਹੈ ਉਹ ਖਤਮ ਹੋ ਗਏ। ਕੀ ਇਨਸਾਨ ਕਦੇ ਸਮਝਿਆ ਹੈ? ਬਸ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨਾਂ ਨੂੰ ਨਿਕਾਲ ਕੇ ਆਪਾਂ ਸੋਚਦੇ ਹਾਂ ਕਿ ਆਪਾਂ ਨੇ ਆ ਸਤਸੰਗ ਸੁਣ ਲਿੱਤਾ ਤਾਂ ਬਹੁਤ ਚੰਗੀ ਗੱਲ ਹੋ ਗਈ। ਭਾਈ ਹੁਣ ਸਾਨੂੰ ਡਿਸਪਲਿਨ ਲਾਉਣ ਦੀ ਲੋੜ ਹੈ, ਹੁਣ ਸਾਨੂੰ ਉਹ ਕੰਸੈਂਟਰੇਸ਼ਨ ਲਾਉਣ ਦੀ ਲੋੜ ਹੈ, ਹੁਣ ਸਾਨੂੰ ਉਹ ਜਿਹੜਾ ਸੀਰੀਅਸਨੈਸ ਹੈ ਉਹ ਲਾਉਣ ਦੀ ਲੋੜ ਹੈ। ਜਦ ਤੱਕ ਆਪਾਂ ਇਸ ਚੀਜ਼ ਨੂੰ ਸੀਰੀਅਸ ਨਹੀਂ ਲਿਆਂਗੇ, ਉਸ ਚੀਜ਼ ਨੂੰ ਇੰਪੋਰਟੈਂਸ ਨਹੀਂ ਦੇਵਾਂਗੇ, ਜਦ ਤੱਕ ਉਹ ਚੀਜ਼ ਨਹੀਂ ਹੋ ਸਕਦੀ। ਆਪਾਂ ਹਰ ਇੱਕ ਚੀਜ਼ ਨੂੰ ਇੰਪੋਰਟੈਂਸ ਦਿੰਦੇ ਹਾਂ, ਆਪਾਂ ਆਪਣੇ ਕੰਮਕਾਜ ਨੂੰ ਜ਼ਰੂਰੀ ਸਮਝਦੇ ਹਾਂ, ਉਹਨੂੰ ਇੰਪੋਰਟੈਂਸ ਦਿੰਦੇ ਹਾਂ, ਆਪਾਂ ਆਪਣੇ ਬਾਲ ਬੱਚਿਆਂ ਨੂੰ ਇੰਪੋਰਟੈਂਸ ਦਿੰਦੇ ਹਾਂ, ਆਪਾਂ ਆਪਣੇ ਫੈਮਿਲੀ ਨੂੰ ਇੰਪੋਰਟੈਂਸ ਦਿੰਦੇ ਹਾਂ, ਆਪਣੇ ਯਾਰ ਮਿੱਤਰ ਨੂੰ ਇੰਪੋਰਟੈਂਸ ਦਿੰਦੇ ਹਾਂ, ਜਦਕਿ ਇਹਨਾਂ ਦਾ ਜਿਹੜਾ ਸਾਥ ਹੈ ਉਹ ਸ਼ਮਸ਼ਾਨ ਘਾਟ ਤੱਕ ਹੈ। ਇੱਕ ਚੀਜ਼ ਇੱਕ ਦਿਨ ਇਹ ਖਤਮ ਹੋ ਜਾਣਗੀਆਂ। ਮੈਂ ਨਹੀਂ ਕਹਿੰਦਾ ਕਿ ਤੁਸੀਂ ਇਹਨਾਂ ਨੂੰ ਵਕਤ ਨਾ ਦਿਓ ਜਾਂ ਇਹਨਾਂ ਦੇ ਉੱਤੇ ਪਾਰਟਿਸਿਪੇਟ ਨਾ ਕਰੋ, ਜ਼ਰੂਰ ਕਰੋ, ਪਿਆਰ ਕਰਨਾ ਚਾਹੀਦਾ ਹਨ, ਕੇਅਰ ਕਰਨੀ ਚਾਹੀਦੀਆਂ ਹਨ, ਲੇਕਿਨ ਉਹ ਪਰਮਾਤਮਾ ਵੀ ਤਾਂ ਸਾਡਾ ਹੀ ਅੰਸ਼ ਹੈ, ਆਪਾਂ ਵੀ ਤਾਂ ਉਹਨਾਂ ਦੇ ਹੀ ਅੰਸ਼ ਹੈ, ਉਹ ਸਾਡੇ ਤੋਂ ਦੂਰ ਤਾਂ ਨਹੀਂ ਹੈ। ਜਿਨ੍ਹਾਂ ਨੇ ਸਾਰਾ ਕੁਝ ਸਾਨੂੰ ਦਿੱਤਾ ਹੈ ਆਪਾਂ ਉਹਨਾਂ ਨੂੰ ਹੀ ਭੁੱਲ ਕੇ ਬਹਿ ਗਏ। ਸਾਨੂੰ ਪਿਆਰ ਕਰਨ ਦੀ ਲੋੜ ਹੈ। ਇਹ ਸਾਰਾ ਕੁਝ ਆਉਂਦਾ ਹੈ ਉਸ ਪਿਆਰ ਦੇ ਨਾਲ, ਉਸ ਵਿਰਹ ਨੂੰ, ਜਦ ਵਿਰਹ ਉਹ ਸਾਡੇ ਅੰਦਰ ਆਉਂਦੀ ਹੈ। ਬਾਣੀ ਵਿੱਚ ਆਉਂਦਾ ਹੈ ਵਿਰਹ ਵਿਰਹ ਆਖੀਏ ਵਿਰਹ ਤੂੰ ਸੁਲਤਾਨ, ਕਿ ਇਹ ਜਿਹੜੀ ਵਿਰਹ ਹੈ, ਇਹ ਜਿਹੜੀ ਡਿਟੈਚਮੈਂਟ ਹੈ, ਇਹ ਜਿਹੜਾ ਸੈਪਰੇਸ਼ਨ ਹੈ, ਇਹ ਸਾਨੂੰ ਉਸ ਮਾਲਕ ਦੀ ਯਾਦ ਦਿਵਾਉਂਦਾ ਹੈ। ਸਾਡੀਆਂ ਅੱਖਾਂ ਦੇ ਵਿੱਚ ਜਦ ਆਂਸੂ ਆਉਂਦੇ ਹੈ ਉਹ ਵਿਰਹ ਦੀ ਪਛਾਣ ਹੈ ਕਿ ਇਹ ਜਿਹੜਾ ਆਂਸੂ ਹੈ ਉਸ ਯਾਦ ਦਾ ਕਤਰਾ ਹੈ, ਕਿ ਉਸ ਪਰਮਾਤਮਾ ਦੀ ਸਾਨੂੰ ਯਾਦ ਆ ਰਹੀ ਹੈ, ਉਹ ਸਾਨੂੰ ਆਪਣੇ ਵੱਲ ਖਿੱਚ ਰਹਾ ਹੈ। ਤੇ ਗੁਰੂ ਜਿਹੜਾ ਹੈ ਉਹ ਸਾਡੀ ਹਰ ਵੇਲੇ ਹਰ ਸਟੇਜ ਦੇ ਉੱਤੇ ਸੰਭਾਲ ਕਰਦਾ ਹੈ, ਉਹ ਸਾਨੂੰ ਕਦੇ ਡਿਸਕ੍ਰਿਮੀਨੇਟ ਨਹੀਂ ਕਰਦਾ। ਇਹ ਜਿਹੜਾ ਸੰਸਾਰ ਹੈ ਇਹ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ। The world is full of sorrow, ਕਿ ਇਹ ਜਿਹੜਾ ਪੂਰਾ ਸੰਸਾਰ ਹੈ ਇਹਦੇ ਵਿੱਚ ਦੁੱਖ ਹੀ ਦੁੱਖ ਹੈ। ਭਾਵੇਂ ਪੈਸਾ ਵਾਲਾ ਹੋਵੇ, ਭਾਵੇਂ ਗਰੀਬ ਹੋਵੇ, ਭਾਵੇਂ ਮਿਡਲ ਕਲਾਸ ਹੋਵੇ, ਕੋਈ ਇਹੋ ਜਿਹਾ ਹੈ ਜਿਹੜਾ ਕਹਿ ਸਕਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਨਾ ਆਇਆ ਹੋਵੇ। ਕਿਸੇ ਨੂੰ ਕਿਸੇ ਚੀਜ਼ ਦਾ ਦੁੱਖ ਹੈ, ਕਿਸੇ ਨੂੰ ਕਿਸੇ ਚੀਜ਼ ਦਾ ਦੁੱਖ ਹੈ, ਲੇਕਿਨ ਆਪਾਂ ਕਦ ਸਮਝਾਂਗੇ ਇਹਨਾਂ ਚੀਜ਼ਾਂ ਨੂੰ? ਆਪਾਂ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ ਹਨ, ਆਪਾਂ ਬਾਰ-ਬਾਰ ਕੰਪਲੇਂਟ ਕਰਨਾ ਸ਼ੁਰੂ ਕਰ ਦਿੰਦੇ ਹਨ, ਆਪਾਂ ਉਹਨਾਂ ਦੇ ਹੁਕਮ ਦੇ ਵਿੱਚ ਨਹੀਂ ਰਹਿੰਦੇ। ਹੁਕਮ ਮੰਨੀਏ ਪਾਈਏ, ਹੁਕਮ ਮੰਨਾਂਗੇ, ਉਸ ਦੇ ਉੱਤੇ ਚੱਲਾਂਗੇ ਤਾਂ ਫਿਰ ਸਾਡੀ ਚੜਾਈ ਹੋਵੇਗੀ ਭਾਈ, ਨਹੀਂ ਤਾਂ ਇੱਥੇ ਦੇ ਇੱਥੇ ਹੀ ਆਪਾਂ ਨੇ ਰਹਿ ਜਾਣਾ ਹੈ। ਇਹ ਸਰੀਰ ਸਾਨੂੰ ਪਤਾ ਨਹੀਂ ਕਿੰਨੇ ਸਾਲ ਬਾਅਦ ਮਿਲਾ ਹੈ, 84 ਲੱਖ ਜੂਨੀਆਂ ਆਉਂਦੀਆਂ ਹਨ। ਮਹਾਰਾਜ ਜੀ ਸਮਝਾਉਂਦੇ ਹੁੰਦੇ ਸੀ ਕਿ ਜੇ 84 ਲੱਖ ਜੂਨੀਆਂ ਹੁੰਦੀਆਂ, ਜੇ ਇੱਕ ਜੂਨੀ ਦੇ ਵਿੱਚ ਆਪਾਂ 1 ਸਾਲ ਵੀ ਬਿਤਾਇਆ ਹੋਵੇ ਤਾਂ 84 ਲੱਖ ਸਾਲ ਹੋ ਗਏ। ਹੁਣ ਤਾਂ ਆਪਾਂ ਜਾਣਦੇ ਹਾਂ ਕਿ ਪੇੜ ਪੌਦਿਆਂ ਦੀ ਕਿੰਨੀ ਉਮਰ ਹੁੰਦੀ ਹੈ ਭਾਈ, 100 ਸਾਲ, 200 ਸਾਲ, 500 ਸਾਲ। ਹੁਣ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਆਪਾਂ ਕਿੰਨੇ ਕਰੋੜਾਂ ਸਾਲਾਂ ਤੋਂ ਇੱਥੇ, ਅਰਬਾਂ ਸਾਲਾਂ ਤੋਂ ਇੱਥੇ ਭਟਕ ਰਹੇ ਹਾਂ। ਹੁਣ ਤਾਂ ਸਾਨੂੰ ਜਾਗਣ ਦੀ ਲੋੜ ਹੈ ਭਾਈ, ਹੁਣ ਤਾਂ ਸਾਨੂੰ ਜਾਗਣ ਦੀ ਲੋੜ ਹੈ। ਜਿਹੜੀ ਸਾਡੀ ਇਹ ਅਰਜ਼ ਹੈ, ਜਿਹੜੀ ਸਾਡੀ ਇਹ ਮੰਗ ਹੈ,
ਇਹ ਖਤਮ ਨਹੀਂ ਹੋਣ ਲੱਗੀ। ਇਹ ਤਾਂ ਭਾਈ ਅੰਧਾ ਕੂਆ ਹੈ। ਸਮਝਾਉਂਦੇ ਹਨ, ਕਿਆ ਮੰਗੂ ਕਛੂ ਥਿਰ ਨਾ ਰਹਾਈ, ਕਿ ਕਿਆ ਮੰਗੂ ਜਦ ਕੁਝ ਰਹੇਗਾ ਹੀ ਨਹੀਂ ਜ਼ਿੰਦਗੀ ਦੇ ਵਿੱਚ, ਸਾਰਾ ਕੁਝ ਫਨਾ ਹੋ ਜਾਊਗਾ। ਇੰਨੇ ਰਾਜੇ ਮਹਾਰਾਜੇ ਦੁਨੀਆ ਦੇ ਵਿੱਚ ਆਏ, ਇੰਨੇ ਵੱਡੇ ਵੱਡੇ ਸਾਹੂਕਾਰ ਸੇਠ ਇਹ ਦੁਨੀਆ ਦੇ ਵਿੱਚ ਆਏ ਕਿ ਉਸ ਧਨ ਦੌਲਤ ਨੂੰ ਆਪਣੇ ਸਾਥ ਲੈ ਕੇ ਚਲੇ ਗਏ, ਇੱਥੇ ਦਾ ਇੱਥੇ ਹੀ ਰਹਿ ਗਿਆ। ਹੁਣ ਉਹਨਾਂ ਦੀ ਜਿਹੜੀ ਅਗਲੀ ਪੀੜ੍ਹੀ ਹੈ ਉਹ ਵੀ ਚਲੀ ਜਾਊਗੀ। ਕੀ ਕੁਝ ਉਹਨਾਂ ਦੇ ਨਾਲ ਚਲਾ ਗਿਆ? ਕਦੇ ਨਹੀਂ ਜਾ ਸਕਦਾ ਭਾਈ। ਜੇ ਮਾਲਿਕ ਨੇ ਸਾਨੂੰ ਇਹ ਚੀਜ਼ ਨੂੰ ਦਿੱਤਾ ਹੈ, ਆਪਾਂ ਨੇ ਕਦਰ ਕਰਨ ਵਾਲਾ ਬਣਨਾ ਹੈ। ਆਪਾਂ ਨੇ ਭਜਨ ਸਿਮਰਨ ਦੇ ਉੱਤੇ ਧਿਆਨ ਦੇਣਾ ਹੈ। ਆਪਾਂ ਮੰਗਤੇ ਬਣੇ ਬੈਠੇ ਆ, ਅੱਜ ਇਸ ਚੀਜ਼ ਨੂੰ ਮੰਗ ਲਓ, ਅੱਜ ਉਸ ਚੀਜ਼ ਨੂੰ ਮੰਗ ਲਓ। ਕੀ ਪਰਮਾਤਮਾ ਨੇ ਸਾਨੂੰ ਮੰਗਤੇ ਬਣਾਇਆ ਹੈ ਭਾਈ? ਉਹ ਸਾਡਾ ਬਾਪ ਹੈ। ਕਿ ਉਹ ਨਹੀਂ ਜਾਣਦਾ ਸਾਡੇ ਵਾਸਤੇ ਕੀ ਚੰਗਾ ਹੈ ਤੇ ਕੀ ਚੰਗਾ ਨਹੀਂ ਹੈ? ਬਾਣੀ ਵਿੱਚ ਆਉਂਦਾ ਹੈ, ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲੇ ਨਾ ਕੋਏ, ਕਿ ਜੇ ਤੁਸੀਂ ਮੰਗੋਗੇ ਕੁਝ ਨਹੀਂ ਮਿਲਣ ਲੱਗਾ, ਬਿਨ ਮੰਗੇ ਮੋਤੀ ਮਿਲ ਜਾਂਦਾ ਹੈ। ਅੱਗੇ ਸਮਝਾਉਂਦੇ ਹਾਂ, ਬਿਨ ਤੁਧ ਬਿਨ ਕੁਛ ਮੰਗਣਾ, ਸਭ ਦੁੱਖਾ ਕੇ ਦੁੱਖ, ਲੈ ਨਾਮ ਸੰਤੋਖਿਆ, ਉਤਰੇ ਮਨ ਕੀ ਭੁੱਖ। ਕੀ ਕਹਿੰਦੇ ਆ? ਲੈ ਨਾਮ ਸੰਤੋਖਿਆ, ਉਤਰੇ ਮਨ ਕੀ ਭੁੱਖ, ਕਿ ਜੇ ਤੇਥੋਂ ਬਿਨਾ ਮੈਂ ਕੁਝ ਮੰਗਦਾ ਹਾਂ ਪਰਮਾਤਮਾ, ਸਭ ਦੁੱਖਾਂ ਕੇ ਦੁੱਖ ਹੈ, ਦੁੱਖ ਹੀ ਦੁੱਖ ਹੈ। ਜਦ ਤੂੰ ਮੈਨੂੰ ਨਾਮਦਾਨ ਦੇ ਦਿਆ, ਮੇਰੇ ਮਨ ਦੀ ਜਿਹੜੀ ਭੁੱਖ ਹੈ ਉਹ ਪੂਰੀ ਹੋ ਗਈ। That initiation quenched the thirst of my mind, my life. ਸਾਨੂੰ ਸਮਝਣ ਦੀ ਲੋੜ ਹੈ, ਕਿੰਨੀ ਦਇਆ ਕਰਕੇ ਉਸ ਪਰਮਾਤਮਾ ਨੇ ਸਾਨੂੰ ਨਾਮਦਾਨ ਦਿੱਤਾ ਹੈ। ਕਿੰਨੇ ਲੋਕੀ ਹੈ ਜਿਹੜੇ ਹਰ ਵਾਰੀ ਸੋਚਦੇ ਆ ਮੈਨੂੰ ਨਾਮਦਾਨ ਮਿਲ ਜੇ, ਮੈਂ ਉਸ ਸਤਸੰਗ ਦੇ ਵੱਲ ਤੁਰ ਜਾ। ਕਿੰਨੇ ਲੋਕੀ ਦੇ ਦਿਲ ਟੁੱਟਦੇ ਹਨ ਜਿਹਨਾਂ ਨੂੰ ਨਾਮਦਾਨ ਨਹੀਂ ਮਿਲਦਾ। ਭਾਈ ਉਸ ਪਰਮਾਤਮਾ ਨੇ ਸਾਡੇ ਉੱਤੇ ਮਿਹਰ ਕੀਤੀ ਹੈ, ਸਾਨੂੰ ਇਸ ਵਰਗਾ ਬਣਾਇਆ ਹੈ, ਤਾਂ ਸਾਨੂੰ ਕਦਰ ਕਰਨ ਦੀ ਲੋੜ ਹੈ। ਸਾਨੂੰ ਉਸ ਲੈਵਲ ਦੇ ਉੱਤੇ ਜਾਣ ਦੀ ਲੋੜ ਹੈ ਕਿ ਆਪਾਂ ਪਰਮਾਤਮਾ ਤੋਂ ਉਸ ਚੀਜ਼ ਨੂੰ ਸਿੱਖ ਸਕੀਏ, ਆਪਾਂ ਉਸ ਚੀਜ਼ ਦੀ ਕਦਰ ਕਰ ਸਕੀਏ। ਕਦਰ ਕਰਾਂਗੇ ਤਾਂ ਉਹ ਪਰਮਾਤਮਾ ਸਾਨੂੰ ਹੋਰ ਬਖਸ਼ੇਗਾ। ਉਹ ਸਾਡਾ ਸਵਾਰਥ ਵੀ ਬਣਾਊਗਾ, ਉਹ ਸਾਡਾ ਪਰਮਾਰਥ ਵੀ ਬਣਾਊਗਾ। ਲੇਕਿਨ ਸਾਨੂੰ ਕਦਰ ਤਾਂ ਕਰਨੀ ਆ ਭਾਈ। ਕਦਰ ਕਰਾਂਗੇ ਤਾਂ ਪਾਵਾਂਗੇ। ਆਪਾਂ ਨੇ ਆਪਣੇ ਭਰਮ ਨੂੰ ਤੋੜਨਾ ਹੈ। ਇਹ ਆਪਾਂ ਸੋਚਦੇ ਆ ਨਾ ਕਿ ਆਪਾਂ ਤਾਂ ਇੱਥੇ ਪਰਮਾਨੈਂਟ ਹੈਗੇ ਆ, ਮੇਰੀ ਤਾਂ ਰਜਿਸਟਰੀ ਹੋਈ ਪਈ ਹੈ ਦੁਨੀਆ ਦੇ ਵਿੱਚ। ਸਾਨੂੰ ਸਮਝਣ ਦੀ ਲੋੜ ਹੈ ਭਾਈ, ਆਪਾਂ ਇੱਥੇ ਸਾਰੇ ਕਿਰਾਏਦਾਰ ਹਨ। ਕਿਰਾਏਦਾਰ ਹਨ ਕਿਵੇਂ ਹੈ ਆਪਾਂ? ਇਹ ਜਿਹੜਾ ਸਰੀਰ ਹੈ ਕਿਰਾਏ ਦਾ ਮਕਾਨ ਹੈ। ਕਿਸੇ ਨੂੰ 60-70 ਸਾਲਾਂ ਦੇ ਲਈ ਮਿਲਿਆ ਹੋਇਆ ਹੈ, ਕਿਸੇ ਨੂੰ 50 ਸਾਲਾਂ ਲਈ ਮਿਲਿਆ ਹੋਇਆ ਹੈ, ਕਿਸੇ ਨੂੰ 70-80 ਸਾਲ ਲਈ ਮਿਲਿਆ ਹੋਇਆ ਹੈ, ਕਿਸੇ ਨੂੰ 20 ਸਾਲ ਲਈ ਮਿਲਿਆ ਹੋਇਆ ਹੈ। ਇੱਕ ਦਿਨ ਫਨਾ ਹੋ ਜਾਣਾ ਹੈ। ਆਪਾਂ ਦੇਖਦੇ ਹਨ ਕਿ ਮੌਤ ਕਦੇ ਕਿਸੇ ਦੀ ਜਵਾਨੀ ਨਹੀਂ ਦੇਖਦੀ, ਕਿਸੇ ਦਾ ਬੁਢਾਪਾ ਨਹੀਂ ਦੇਖਦੀ, ਕਿਸੇ ਦਾ ਬਚਪਨ ਨਹੀਂ ਦੇਖਦੀ। ਜਿੰਨਾ ਉਸ ਪਰਮਾਤਮਾ ਨੇ ਜਿਨ੍ਹਾਂ ਦੀ ਲਿਖਦੀ ਹੈ ਉਹ ਪੂਰੀ ਹੋ ਜਾਣੀ ਹੈ। ਉਹ ਵੱਡਾ ਕਲਾਕਾਰ ਨਹੀਂ ਦੇਖਦੀ, ਉਹ ਕੋਈ ਅਮੀਰ ਨਹੀਂ ਦੇਖਦੀ, ਗਰੀਬ ਨਹੀਂ ਦੇਖਦੀ, ਕਿਸੇ ਦੇਸ਼ ਦੀ ਬਾਉਂਡਰੀ ਉਹਦੇ ਲਈ ਫਰਕ ਨਹੀਂ ਪੈਂਦਾ। ਸਾਨੂੰ ਸਮਝਣ ਦੀ ਲੋੜ ਹੈ। ਇਹ ਨਾ ਸੋਚੀਏ ਕਿ ਮੇਰੇ ਕੋਲ ਤਾਂ ਬਹੁਤ ਵਕਤ ਹੈਗਾ ਕਿ ਮੈਂ ਅੱਜ ਨਹੀਂ ਕੱਲ ਕਰ ਲਿਆਂਗਾ, ਕੱਲ ਨਹੀਂ ਪਰਸੋਂ ਕਰ ਲਿਆਂਗਾ। ਭਾਈ ਸਾਨੂੰ ਤਾਂ ਪਤਾ ਹੀ ਨਹੀਂ ਕਿਸ ਵੇਲੇ ਉਹਦਾ ਹੁਕਮ ਆ ਜਾਵੇ, ਕਦ ਭਲਾ ਬੁਰਾ ਪਰਿਵਾਰ ਛੱਡ ਕੇ ਜਾਣਾ ਪੈ ਜੇ। ਕੋਈ ਪਲਾਨਿੰਗ ਨਹੀਂ ਕਰਦਾ ਮੌਤ ਦੀ। ਪਤਾ ਨਹੀਂ ਕਦ ਉਹਦਾ ਹੁਕਮ ਆ ਜਾਏ, ਕਦ ਸਾਰਾ ਕੁਝ ਛੱਡ ਕੇ ਜਾਣਾ ਪੈ ਜੇ। ਸਾਡਾ ਜਿਹੜਾ ਸਫ਼ਰ ਹੈ ਉਹ ਪੈਰਾਂ ਤੋਂ ਲੈ ਕੇ ਸਿਰ ਤੱਕ ਹੈ। ਇਹੀ ਸਾਡਾ ਸਫ਼ਰ ਹੈ। ਜਿਹੜਾ ਸਾਨੂੰ ਨਾਮਦਾਨ ਦਿੱਤਾ ਜਾਂਦਾ ਹੈ, ਸਾਨੂੰ ਇੱਥੇ ਜਾਣਾ ਹੈ। ਅੱਖਾਂ ਦੇ ਨੀਚੇ ਸਾਰਾ ਕੁਝ ਜਿਹੜਾ ਹੈ ਉਹ ਸੈਂਸੂਅਲ ਪਲੇਜ਼ਰ ਹਨ। ਉਹ ਪਰਮਾਤਮਾ ਉੱਥੇ ਨਹੀਂ ਹੈ। ਪਰਮਾਤਮਾ ਇਸ ਤੋਂ ਉੱਪਰ ਹੈ। ਇਹ ਜਿਹੜੀ ਤੀਸਰੀ ਅੱਖ, ਜਿਨ੍ਹਾਂ ਨੂੰ ਆਪਾਂ ਤੀਸਰੀ ਅੱਖ ਕਹਿੰਦੇ ਆ, ਥਰਡ ਆਈ ਕਹਿੰਦੇ ਆ, ਸ਼ਿਵ ਨੇਤਰ ਕਹਿੰਦੇ ਆ, ਇੱਥੇ ਸਾਨੂੰ ਧਿਆਨ ਟਿਕਾਣਾ ਹੈ ਤੇ ਇੱਥੇ ਸਾਨੂੰ ਜੀਤੇ ਜੀ ਮਰਨਾ ਹੈ ਭਾਈ। ਡਾਈ ਵਾਈਲ ਲਿਵਿੰਗ। ਜਦ ਆਪਾਂ ਉਸ ਨਾਮ ਦੀ ਕਦਰ ਕਰਾਂਗੇ, ਉਸ ਦਾ ਸਿਮਰਨ ਕਰਾਂਗੇ, ਤਾਂ ਫਿਰ ਉਹ ਜਿਹੜਾ ਪਰਮਾਤਮਾ ਹੈ ਉਹ ਸਾਨੂੰ ਇੱਥੇ ਦਿਖਾਈ ਦੇਊਗਾ। ਫਿਰ ਸਾਨੂੰ ਉਸ ਦੀ ਅਸਲ ਦੀ ਪਹਿਚਾਣ ਹੋਵੇਗੀ ਤੇ ਫਿਰ ਆਪਾਂ ਇਹਨਾਂ ਚੀਜ਼ਾਂ ਤੋਂ ਉੱਪਰ ਉਠਾਂਗੇ। ਆਪਾਂ ਤਾਂ ਸੋਚਦੇ ਹਾਂ ਕਿ ਇੱਥੇ ਪਤਾ ਨਹੀਂ ਕਿੰਨੇ ਕਰੋੜਾਂ ਸਾਲਾਂ ਲਈ ਆਪਾਂ ਇੱਥੇ ਰਹਿਣਗੇ। ਮੌਤ ਤਾਂ ਦੂਜਿਆਂ ਦੀ ਹੁੰਦੀ ਹੈ, ਸਾਡੀ ਥੋੜੀ ਹੋਵੇਗੀ। ਇਹ ਜਿਹੜਾ ਸਾਡਾ ਭਰਮ ਹੈ, ਇਹ ਸਾਨੂੰ ਜਾਗਣਾ ਪੈਣਾ ਹੈ ਭਾਈ, ਜਾਗਣਾ ਪੈਣਾ ਹੈ। ਪਤਾ ਨਹੀਂ ਕਦ ਦੇਰ ਹੋ ਜਾਵੇ, ਫਿਰ ਪਛਤਾਏ ਹੋਤ ਕਿਆ ਜੇ ਚਿੜੀਆ ਚੁੱਗੀ ਖੇਤ। ਫਿਰ ਇੱਥੇ ਸਿਰਫ ਰੋਣਾ ਰਹਿ ਜਾਊਗਾ, ਹੋਰ ਕੁਝ ਨਹੀਂ ਰਹਿਣ ਲੱਗਾ। ਤੇ ਸਾਨੂੰ ਵੀ ਸਮਝਣਾ ਹੈ, ਸਾਨੂੰ ਵੀ ਸੰਤਾਂ ਮਹਾਤਮਾ ਦੀ ਜਿਹੜੀ ਬਾਣੀ ਹੈ ਉਹਨਾਂ ਨੂੰ ਅਮਲ ਦੇ ਉੱਤੇ ਲਾਣਾ ਹੈ।
ਵਾਰ-ਵਾਰ ਇਹ ਜਿਹੜੀਆਂ ਬਾਣੀਆਂ ਲਿੱਥੀਆਂ ਜਾਂਦੀਆਂ ਹਨ, ਇਹ ਹੈਮਰ ਦਾ ਕੰਮ ਕਰਦੀਆਂ, ਇਹ ਹਥੌੜੇ ਦਾ ਕੰਮ ਕਰਦੀਆਂ ਕਿ ਕੋਈ ਤੁਕ, ਕੋਈ ਪੌੜੀ ਸਾਡੀ ਜ਼ਿੰਦਗੀ ਦੇ ਵਿੱਚ ਲੱਗ ਜੇ, ਸਾਨੂੰ ਉਸ ਪਰਮਾਤਮਾ ਦੀ ਯਾਦ ਆ ਜੇ, ਉਹ ਪਰਮਾਤਮਾ ਘੱਟੋ ਘੱਟ ਸਾਡੇ ਧਿਆਨ ਦੇ ਵਿੱਚ ਆ ਜਾਏ ਕਿ ਪਰਮਾਤਮਾ ਵੀ ਕੋਈ ਚੀਜ਼ ਇਸ ਦੁਨੀਆ ਦੇ ਵਿੱਚ ਹੈਗੀ ਆ। ਸਾਨੂੰ ਸਮਝਣ ਦੀ ਲੋੜ ਹੈ, ਸਾਨੂੰ ਵੀ ਇਸ ਚੀਜ਼ ਨੂੰ ਅਮਲ ਦੇ ਉੱਤੇ ਲਾਣਾ ਹੈ ਤੇ ਉਸ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਿਠਾਣਾ ਹੈ। ਸਾਰੇ ਕੰਮ ਕਾਜ ਕਰਦੇ ਹੋਈਏ, ਸਾਰਾ ਕੁਝ ਕਰਦੇ ਹੋਈਏ ਆਪਾਂ ਪਰਮਾਤਮਾ ਨੂੰ ਲੈ ਕੇ ਆਣਾ ਹੈ। ਜਿੰਨਾ ਚਿਰ ਧਰਮ ਸਥਾਨਾਂ ਦੀ ਗੱਲ ਹੈ, ਬੜੀ ਖੁਸ਼ੀ ਦੇ ਨਾਲ ਆਪਾਂ ਕਿਤੇ ਵੀ ਜਾ ਸਕਦੇ ਹਾਂ। ਤੁਹਾਡਾ ਮੰਦਿਰ ਜਾਣ ਦਾ ਮਨ ਕਰਦਾ ਹੈ, ਮੰਦਿਰ ਜਾ ਸਕਦੇ ਹੋ, ਮਸਜਿਦ ਜਾ ਸਕਦੇ ਹੋ, ਗੁਰਦੁਆਰੇ ਜਾ ਸਕਦੇ ਹੋ, ਚਰਚ ਜਾ ਸਕਦੇ ਹੋ, ਕਿਸੇ ਨੂੰ ਕੋਈ ਮਨਾਹੀ ਨਹੀਂ ਹੈ। ਲੇਕਿਨ ਭਾਈ ਉਹ ਜਿਹੜੀਆਂ ਚੀਜ਼ਾਂ ਹਨ ਉਹ ਸਾਨੂੰ ਸਿਰਫ ਸਮਝਾਉਣ ਵਾਸਤੇ ਬਣਾਈ ਗਈ ਹਨ। ਮਾਲਿਕ ਉੱਥੇ ਨਹੀਂ ਹੈ, ਮਾਲਿਕ ਤੁਹਾਡੇ ਅੰਦਰ ਹੈ। ਇਹ ਜਿਹੜਾ ਸ਼ਰੀਰ ਹੈ ਇਹ ਸੱਚਾ ਮੰਦਿਰ ਹੈ। ਹਰ ਮੰਦਿਰ ਇਹ ਸ਼ਰੀਰ ਹੈ। ਉਹ ਪਰਮਾਤਮਾ ਜਿਹੜਾ ਹੈ ਉਹ ਇਸ ਸ਼ਰੀਰ ਦੇ ਅੰਦਰ ਬੈਠਿਆ ਹੋਇਆ ਹੈ। ਜਦ ਤੱਕ ਆਪਾਂ ਉਸ ਧੁਨ ਨੂੰ, ਉਸ ਜੋਤ ਨੂੰ ਆਪਣੇ ਸਰੀਰ ਦੇ ਅੰਦਰ ਨਹੀਂ ਦੇਖਾਂਗੇ, ਤਦ ਤੱਕ ਸਾਡਾ ਪਰਮਾਤਮਾ ਸਾਨੂੰ ਨਹੀਂ ਮਿਲ ਸਕਦਾ। ਉਹ ਪਰਮਾਤਮਾ ਦੀ ਆਵਾਜ਼ ਸਾਨੂੰ ਨਹੀਂ ਸੁਣ ਸਕਦੀ। ਆਪਾਂ ਆਪਣੀ ਜ਼ਿੰਦਗੀ ਭਾਵੇਂ ਰਗੜਦੇ ਰਹੀਏ ਭਾਰੇ, ਲੇਕਿਨ ਸਾਡਾ ਕੁਝ ਨਹੀਂ ਬਣ ਸਕਦਾ। ਸਾਨੂੰ ਸਮਝਣਾ ਹੈ, ਸਾਨੂੰ ਇਸ ਚੀਜ਼ ਨੂੰ ਆਪਣੇ ਅੰਦਰ ਲੈ ਕੇ ਆਣਾ ਹੈ ਤੇ ਉਸ ਪਰਮਾਤਮਾ ਵਾਲਾ ਬਣਨਾ ਹੈ। ਸਾਰੇ ਕਾਮਕਾਜ ਨੂੰ ਕਰਦੇ ਹੋਏ, ਬੈਲੈਂਸ ਬਣਾਉਂਦੇ ਹੋਏ ਆਪਾਂ ਨੂੰ ਸਤਸੰਗ ਤੇ ਵੱਲ ਤੁਰਨਾ ਹੈ। ਆਪਾਂ ਨੇ ਭਜਨ ਸਿਮਰਨ ਕਰਨਾ ਹੈ, ਆਪਣੇ ਕਾਮਕਾਜ ਵੀ ਕਰਨੇ ਹੈ ਤੇ ਭਜਨ ਸਿਮਰਨ ਕਰਨਾ ਹੈ। ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਆਪਾਂ ਨੇ ਸਤਸੰਗ ਨੂੰ ਬੜੇ ਧਿਆਨ ਦੇ ਨਾਲ ਸੁਣਦੇ ਹੋਏ ਆਪਣੇ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਅਮਲ ਦੇ ਉੱਤੇ ਲਾਣਾ ਹੈ। ਗੁਰੂ ਵਾਲਾ ਬਣਨਾ ਹੈ, ਭਜਨ ਸਿਮਰਨ ਕਰਨਾ ਹੈ ਤੇ ਮੰਦਰ ਦਰ ਮੰਦਰ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਆਪਣੇ ਸੱਚੇ ਘਰ ਵੱਲ ਤੁਰ ਜਾਣਾ ਹੈ। ਰਾਧਾ स्वामी जी। दीन दयाल परोसे तेरे, दीन दयाल परोसे तेरे, सब परवार चढ़ाया बेड़े, सब परवार चढ़ाया बेड़े, राम जपो जी ऐसे ऐसे, राम जपो जी ऐसे ऐसे।